ਨੂਰ ਤੇ ਮੇਰਾ ਵਿਆਹ ਹੋਏ ਨੂੰ 3 ਸਾਲ ਬੀਤ ਗਏ ਸੀ। ਸਾਡੇ ਕੋਈ ਬੱਚਾ ਨਹੀਂ ਸੀ, ਪਰ ਮੈਨੂੰ ਇਸ ਗੱਲ ਦਾ ਕੋਈ ਦੁੱਖ ਨਹੀਂ ਸੀ। ਮੇਰਾ ਮੰਨਣਾ ਸੀ ਕਿ ਇਹ ਪਰਮਾਤਮਾ ਦੀ ਦੇਣ ਹੈ। ਜੋ ਕਰ ਰਿਹਾ ਹੈ ਚੰਗਾ ਹੈ। ਮੈਂ ਨੂਰ ਨੂੰ ਬਹੁਤ ਪਿਆਰ ਕਰਦਾ ਸੀ। ਮੈਨੂੰ ਸੀ ਜਦੋਂ ਰੱਬ ਦੀ ਮਰਜ਼ੀ ਹੋਊ ਦੇ ਦਊ। ਨੂਰ ਡਾਕਟਰ ਸੀ। ਮੈਨੂੰ ਉਸ 'ਤੇ ਬਹੁਤ ਮਾਣ ਸੀ। ਉਹ ਦਿਨ ਹੋਵੇ ਜਾਂ ਰਾਤ, ਉਹ ਆਪਣੀ ਡਿਊਟੀ ਤੋਂ ਕਦੇ ਪਿੱਛੇ ਨਹੀਂ ਹਟਦੀ ਸੀ। ਜਦੋਂ ਵੀ ਉਸ ਨੂੰ ਫ਼ੋਨ ਆਉਂਦਾ, ਉਹ ਹਸਪਤਾਲ ਚਲੀ ਜਾਂਦੀ। ਮੈਂ ਤੇ ਨੂਰ ਅਲੱਗ ਘਰ ਵਿੱਚ ਰਹਿੰਦੇ ਸੀ। ਸਾਡੀ ਜੁਆਇੰਟ ਫੈਮਿਲੀ ਸੀ। ਇਹ ਫੈਸਲਾ ਮੈਨੂੰ ਨੂਰ ਦੀ ਵਜ੍ਹਾ ਨਾਲ ਲੈਣਾ ਪਿਆ ਸੀ। ਵਿਆਹ ਦੇ ਬਾਅਦ ਉਸ ਦਾ ਡਾਕਟਰੀ ਦਾ ਲਾਸਟ ਸਾਲ ਸੀ। ਉਸ ਨੂੰ ਹਰ ਰੋਜ਼ ਮੈਡੀਕਲ ਕਾਲਜ ਜਾਣਾ ਪੈਂਦਾ ਸੀ। ਜੁਆਇੰਟ ਫੈਮਿਲੀ ਵਿੱਚ ਮੁਸ਼ਕਲ ਸੀ। ਨੂਰ ਦੇ ਕੰਮ ਨੂੰ ਦੇਖਦੇ ਹੋਏ ਮੈਂ ਇੱਕ ਅਲੱਗ ਘਰ ਲੈ ਲਿਆ ਤਾਂ ਜੋ ਉਹ ਆਪਣੀ ਪੜ੍ਹਾਈ ਦੇ ਨਾਲ ਆਪਣੀ ਨੌਕਰੀ ਵੀ ਜਾਰੀ ਰੱਖ ਸਕੇ। ਮੇਰਾ ਖੁਦ ਦਾ ਕੋਚਿੰਗ ਸੈਂਟਰ ਸੀ। ਬਹੁਤ ਵਧੀਆ ਚੱਲਦਾ ਸੀ। ਮੇਰੇ ਘਰ ਦੇ ਹਾਲਾਤ ਵੀ ਬਹੁਤ ਵਧੀਆ ਸੀ। ਪਰ ਜਦੋਂ ਨੂਰ ਨੇ ਹਸਪਤਾਲ ਜਾਣਾ ਸ਼ੁਰੂ ਕੀਤਾ ਤਾਂ ਹਾਲਾਤ ਬਦਲ ਗਏ। ਉਸ ਨੂੰ ਵਧੀਆ ਪੈਕੇਜ ਮਿਲਦਾ ਸੀ। ਉਹ ਆਪਣੇ ਸਾਰੇ ਸ਼ੌਕ ਆਪੇ ਪੂਰੇ ਕਰਦੀ ਸੀ। ਮੈਂ ਇੰਨਾ ਕਮਾ ਲੈਂਦਾ ਸੀ ਕਿ ਉਸ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦਾ ਸੀ। ਪਰ ਉਸ ਨੂੰ ਮੇਰੇ ਤੋਂ ਕੁਝ ਨਹੀਂ ਚਾਹੀਦਾ ਸੀ। ਉਹ ਸਭ ਕੁਝ ਆਪਣੇ ਦਮ 'ਤੇ ਕਰਨਾ ਚਾਹੁੰਦੀ ਸੀ। ਉਸ ਦੀ ਇਹ ਗੱਲ ਸਭ ਪਸੰਦ ਕਰਦੇ ਸੀ। ਮੇਰੇ ਦੋਸਤ ਉਸ ਦੀ ਬਹੁਤ ਸਿਫ਼ਤ ਕਰਦੇ ਕਿ ਤੇਰੀ ਕਿਸਮਤ ਹੀ ਚਮਕ ਗਈ। ਅਸੀਂ ਤਾਂ ਆਪਣੀਆਂ ਘਰਵਾਲੀਆਂ ਦੀਆਂ ਫਰਮਾਇਸ਼ਾਂ ਤੋਂ ਤੰਗ ਆ ਚੁੱਕੇ ਹਾਂ। ਪਰ ਮੈਨੂੰ ਅਜਿਹੀ ਕੋਈ ਮੁਸ਼ਕਲ ਨਹੀਂ ਸੀ। ਨੂਰ ਨੇ ਅੱਜ ਤੱਕ ਮੈਨੂੰ ਕੋਈ ਮੰਗ ਨਹੀਂ ਕੀਤੀ ਸੀ। ਪਰ ਕੁਝ ਦਿਨ ਬਾਅਦ ਸਾਡੀ ਜ਼ਿੰਦਗੀ ਵਿੱਚ ਭਿਆਨਕ ਮੋੜ ਆਇਆ ਤੇ ਮੈਨੂੰ ਸਮਝ ਆਈ ਕਿ ਜ਼ਰੂਰੀ ਨਹੀਂ ਜੋ ਇਨਸਾਨ ਜਿੱਦਾਂ ਦਾ ਦਿਸੇ, ਅਸਲ ਜ਼ਿੰਦਗੀ ਵਿੱਚ ਉਹ ਉੱਦਾਂ ਦਾ ਹੀ ਹੋਵੇ। ਮੇਰੀ ਪਤਨੀ ਦੀ ਹਕੀਕਤ ਉਸ ਟਾਈਮ ਜਦੋਂ ਮੇਰੀ ਛੋਟੀ ਭੈਣ ਦਾ ਵਿਆਹ ਸੀ। ਵਿਆਹ ਵਿੱਚ 1 ਹਫ਼ਤਾ ਸੀ। ਹੌਲੀ-ਹੌਲੀ ਸਾਰੇ ਫੰਕਸ਼ਨ ਨਿਕਲਦੇ ਰਹੇ। ਨੂਰ ਉਨ੍ਹਾਂ ਦਿਨਾਂ ਵਿੱਚ ਵੀ ਪੂਰੀ ਬਿਜ਼ੀ ਸੀ। ਉਸ ਨੇ ਇੱਕ ਵੀ ਛੁੱਟੀ ਨਾ ਲਈ। ਉਸ ਦੀ ਪਿਛਲੇ ਕੁਝ ਦਿਨਾਂ ਤੋਂ ਨਾਈਟ ਡਿਊਟੀ ਸੀ। ਮੇਰੀ ਮਾਂ ਨੇ ਵੀ ਸ਼ਿਕਾਇਤ ਕੀਤੀ ਕਿ ਮੇਰੀ ਛੋਟੀ ਨੂੰਹ ਕਿਸੇ ਵੀ ਫੰਕਸ਼ਨ ਵਿੱਚ ਨਹੀਂ ਆਈ। ਮੈਂ ਮਾਂ ਨੂੰ ਸਮਝਾਇਆ ਕਿ ਉਸ ਦਾ ਕੰਮ ਹੀ ਅਜਿਹਾ ਹੈ। ਜੇਕਰ ਉਹ ਨਾ ਜਾਵੇ ਤਾਂ ਮਰੀਜ਼ ਆਪਣੀ ਜਾਨ ਗਵਾ ਦੇਣ। ਮਾਂ ਨੇ ਗੁੱਸੇ ਨਾਲ ਕਿਹਾ, ਤੇਰੀ ਘਰਵਾਲੀ ਕੋਈ ਇਕੱਲੀ ਡਾਕਟਰ ਨਹੀਂ, ਹੋਰ ਵੀ ਬਥੇਰੇ ਡਾਕਟਰ ਨੇ। ਮਾਂ ਨੂੰ ਸੀ ਕਿ ਉਹ ਛੁੱਟੀ ਲੈ ਕੇ ਆਪਣੀ ਨਣਦ ਦੇ ਵਿਆਹ ਵਿੱਚ ਆਪਣੇ ਫਰਜ਼ ਨਿਭਾਵੇ। ਸਾਰੇ ਰਿਸ਼ਤੇਦਾਰ ਵੀ ਗੱਲਾਂ ਕਰਦੇ ਕਿ ਇਹਨਾਂ ਦੀ ਛੋਟੀ ਨੂੰਹ ਨੂੰ ਸਹੁਰਿਆਂ ਨਾਲ ਕੋਈ ਲੈਣਾ ਦੇਣਾ ਹੀ ਨਹੀਂ। ਹੁਣ ਮਾਂ ਨੂੰ ਕੀ ਸਮਝਾਵਾਂ ਤੇ ਨੂਰ ਨੂੰ ਕੀ ਕਹਾਂ। ਉਸ ਨਾਲ ਮੈਂ ਲਵ ਮੈਰਿਜ ਕੀਤੀ ਸੀ। ਉਸ ਨੇ ਵਿਆਹ ਤੋਂ ਪਹਿਲਾਂ ਹੀ ਮੈਨੂੰ ਕਿਹਾ ਸੀ ਕਿ ਕੁਝ ਵੀ ਹੋਵੇ ਮੈਂ ਕੰਮ ਨਹੀਂ ਛੱਡਣਾ। ਮੈਂ ਵੀ ਜਜ਼ਬਾਤੀ ਹੋ ਕੇ ਹਾਂ ਕਰ ਦਿੱਤੀ ਸੀ। ਪਰ ਮੈਨੂੰ ਇਹ ਸ਼ਰਤ ਨਿਭਾਉਣੀ ਮੁਸ਼ਕਲ ਲੱਗ ਰਹੀ ਸੀ। ਮਾਂ ਦਾ ਦਬਾਅ ਵੱਧ ਰਿਹਾ ਸੀ। ਮਾਂ ਨੂੰ ਸੀ ਕਿ ਉਹ ਛੁੱਟੀ ਲੈ ਕੇ ਵਿਆਹ ਵਿੱਚ ਆਪਣੇ ਫਰਜ਼ ਨਿਭਾਵੇ। ਤੇ ਰਿਸ਼ਤੇਦਾਰ ਵੀ ਕਹਿ ਰਹੇ ਸਨ ਕਿ ਲੱਗਦਾ ਹੈ ਕਿ ਸੱਸ ਨੂਰ ਦੀ ਬਣਦੀ ਨਹੀਂ, ਤਾਂ ਹੀ ਉਹ ਵਿਆਹ ਵਿੱਚ ਨਹੀਂ ਆਈ। ਹੁਣ ਵਿਆਹ ਵਿੱਚ 2 ਦਿਨ ਸੀ। ਨੂਰ ਹਸਪਤਾਲੋਂ ਆਈ। ਉਸ ਨੂੰ ਪਿਆਰ ਨਾਲ ਸਮਝਾਇਆ ਕਿ 2 ਦਿਨ ਦੀ ਛੁੱਟੀ ਲੈ ਲੈ। ਮੇਰੀ ਗੱਲ ਸੁਣਦੇ ਹੀ ਨੂਰ ਨੂੰ ਗੁੱਸਾ ਆ ਗਿਆ। ਉਸਨੇ ਆਪਣਾ ਫ਼ੋਨ ਬੈੱਡ 'ਤੇ ਵਗਾ ਕੇ ਮਾਰਿਆ ਤੇ ਕਹਿਣ ਲੱਗੀ, ਮੈਂ ਡਾਕਟਰ ਹਾਂ। ਮੇਰੀ ਜ਼ਰੂਰਤ ਮਰੀਜ਼ਾਂ ਨੂੰ ਹੈ। ਮੇਰੇ ਕੋਲ ਇੰਨਾ ਟਾਈਮ ਨਹੀਂ ਇਹਨਾਂ ਫਾਲਤੂ ਰਸਮਾਂ ਰਿਵਾਜ਼ਾਂ ਦੇ ਲਈ। ਇਹ ਗੱਲ ਸੁਣ ਕੇ ਮੈਂ ਚੁੱਪ ਕਰ ਗਿਆ। ਨੂਰ ਇੱਕ ਗਰੀਬ ਘਰ ਦੀ ਧੀ ਸੀ। ਉਸ ਦਾ ਪਿਤਾ ਗਰੀਬੀ ਕਾਰਨ ਇਲਾਜ ਨਹੀਂ ਕਰਵਾ ਸਕਿਆ ਤੇ ਬਿਮਾਰੀ ਵਿੱਚ ਹੀ ਉਹ ਚੱਲ ਬਸੀ। ਇਹੀ ਕਾਰਨ ਸੀ ਕਿ ਉਹ ਮਰੀਜ਼ਾਂ ਦੀਆਂ ਭਾਵਨਾਵਾਂ ਨੂੰ ਸਮਝਦੀ ਸੀ, ਚਾਹੇ ਉਹ ਕਿੰਨੀ ਵੀ ਬਿਮਾਰ ਕਿਉਂ ਨਾ ਹੋਵੇ। ਇੱਕ ਦਿਨ ਉਸ ਨੂੰ ਬਹੁਤ ਤੇਜ਼ ਬੁਖਾਰ ਸੀ ਅਤੇ ਉਸ ਨੂੰ ਹਸਪਤਾਲ ਤੋਂ ਫ਼ੋਨ ਆਇਆ ਤੇ ਉਹ ਚਲੀ ਗਈ। ਮੈਂ ਉਸ ਨੂੰ ਹਸਪਤਾਲ ਦੇ ਗੇਟ 'ਤੇ ਛੱਡ ਕੇ ਆਇਆ। ਫਿਰ ਹੁਣ ਤਾਂ ਵਿਆਹ ਸੀ, ਉਹ ਛੁੱਟੀ ਕਿਉਂ ਲੈਂਦੀ। ਖੈਰ, ਉਹ ਫਰੈਸ਼ ਹੋ ਕੇ ਮੇਰੇ ਕੋਲ ਆ ਕੇ ਬੈਠੀ ਤੇ ਕਹਿਣ ਲੱਗੀ ਕਿ ਮੇਰਾ ਹਸਪਤਾਲ ਇੰਨਾ ਵੱਡਾ ਨਹੀਂ ਹੈ। ਥੋੜ੍ਹੇ ਜਿਹੇ ਡਾਕਟਰ ਨੇ, ਮਰੀਜ਼ਾਂ ਨੂੰ ਦਿੱਕਤ ਹੋ ਸਕਦੀ ਹੈ। ਮੈਨੂੰ ਇੰਨਾ ਵੱਡਾ ਪੈਕੇਜ ਤਾਂ ਮਿਲਦਾ ਹੈ। ਮੇਰਾ ਕੰਮ ਉਹਨਾਂ ਨੂੰ ਵਧੀਆ ਲੱਗਦਾ ਹੈ। ਮੈਂ ਨੂਰ ਦੇ ਮੂੰਹ ਵੱਲ ਵੇਖਿਆ। ਉਹ ਬਹੁਤ ਸੋਹਣੀ ਲੱਗ ਰਹੀ ਸੀ। ਮੈਂ ਉਸ ਦਾ ਹੱਥ ਆਪਣੇ ਹੱਥ ਵਿੱਚ ਫੜਿਆ ਤੇ ਕਿਹਾ ਕਿ ਤੂੰ ਆਪਣਾ ਕੰਮ ਕਰ। ਮਾਂ ਤੇ ਘਰਦਿਆਂ ਨੂੰ ਮੈਂ ਸਾਂਭ ਲਊਂ। ਉਸ ਨੇ ਕਿਹਾ, ਮੈਂ ਇੰਨੇ ਪੈਸੇ ਕਮਾਊਂਗੀ ਕਿ ਸਾਰੀ ਦੁਨੀਆ ਮੇਰੇ ਅੱਗੇ ਪਿੱਛੇ
ਘੁੰਮੇਗੀ। ਨੂਰ ਕਹਿਣ ਲੱਗੀ, ਮੈਂ ਉਸ ਮੁਕਾਮ ਤੇ ਪਹੁੰਚਣਾ ਚਾਹੁੰਦੀ ਹਾਂ ਜਿੱਥੇ ਦੁਨੀਆ ਛੋਟੀ ਲੱਗੇ। ਮੈਨੂੰ ਇਹ ਗੱਲ ਬੜੀ ਅਜੀਬ ਲੱਗੀ ਕਿ ਉਹ ਤਾਂ ਗਰੀਬਾਂ ਦੀ ਸੇਵਾ ਕਰਨੀ ਚਾਹੁੰਦੀ ਸੀ, ਫਿਰ ਇੰਨਾ ਪੈਸੇ ਦਾ ਧਿਆਨ ਕਿਉਂ ਸੀ? ਨੂਰ ਨੂੰ ਮੈਂ ਕਿਹਾ ਕਿ ਆਪਣੇ ਕੋਲ ਬਹੁਤ ਪੈਸਾ ਹੈ, ਤੂੰ ਗਰੀਬਾਂ ਦੀ ਸੇਵਾ ਕਰ, ਮੈਂ ਹੌਲੀ-ਹੌਲੀ ਤੇਰੇ ਸਾਰੇ ਸੁਪਨੇ ਪੂਰੇ ਕਰ ਦੂੰ। ਉਹ ਕਹਿਣ ਲੱਗੀ ਕਿ ਮੈਂ ਤਾਂ ਆਪਣੇ ਦਮ ਤੇ ਹੀ ਆਪਣੇ ਸਾਰੇ ਸੁਪਨੇ ਪੂਰੇ ਕਰਨੇ ਹਨ। ਉਸ ਨੂੰ ਕਿਹਾ ਕਿ ਤੂੰ ਜੋ ਮਰਜ਼ੀ ਕਰ, ਪਰ ਰੌਸ਼ਨੀ ਦੀ ਬਰਾਤ ਵਾਲੇ ਦਿਨ ਜ਼ਰੂਰ ਆ ਜਾਵੀਂ। ਉਸਨੇ ਕਿਹਾ, ਪੱਕਾ ਆਊਂਗੀ। ਬਰਾਤ ਵਾਲੇ ਦਿਨ ਮਾਂ ਦਾ ਮੂਡ ਖਰਾਬ ਸੀ। ਉਹ ਤਾਂ ਮੈਨੂੰ ਵੈਸੇ ਵੀ ਕਹਿੰਦੇ ਰਹਿੰਦੇ ਸੀ ਕਿ ਤੇਰੀ ਪਸੰਦ ਕਿੱਦਾਂ ਦੀ ਹੈ। ਜੇ ਮੇਰੀ ਪਸੰਦ ਨਾਲ ਵਿਆਹ ਕੀਤਾ ਹੁੰਦਾ ਤਾਂ ਤੈਨੂੰ ਟਾਈਮ ਦਿੰਦੀ, ਘਰ ਦਾ ਕੰਮ ਕਰਦੀ, ਪਰ ਇਹ ਤਾਂ ਜ਼ਰੂਰੀ ਕੰਮ ਤੇ ਛੁੱਟੀ ਨਹੀਂ ਲੈਂਦੀ, ਸਾਰਾ ਦਿਨ ਸਾਰੀ ਰਾਤ ਹਸਪਤਾਲ ਕੱਟਦੀ ਹੈ। ਤੁਹਾਡੇ ਕੋਈ ਬੱਚਾ ਵੀ ਨਹੀਂ ਹੋਇਆ ਹੈ। ਮੈਂ ਮਾਂ ਦੀ ਗੱਲ ਸੁਣਦਾ ਰਿਹਾ। ਅੱਜ ਬਰਾਤ ਦਾ ਦਿਨ ਸੀ। ਨੂਰ ਅੱਜ ਘਰ ਸੀ। ਬਰਾਤ ਆਉਣ ਦੀਆਂ ਤਿਆਰੀਆਂ ਕਰ ਰਹੀ ਸੀ। ਅਸੀਂ ਦੋਨੋਂ ਤਿਆਰ ਹੋ ਕੇ ਮੈਰਿਜ ਹਾਲ ਲਈ ਨਿਕਲ ਪਏ। ਨੂਰ ਦਾ ਫੋਨ ਵੱਜਣ ਲੱਗਾ। ਉਸਨੇ ਤਾਂ ਪਹਿਲਾਂ ਨਾ ਕੀਤੀ, ਫਿਰ ਉਹਨਾਂ ਪਤਾ ਨਹੀਂ ਕੀ ਕਿਹਾ, ਉਸਨੇ ਹਾਂ ਕਰਕੇ ਫੋਨ ਰੱਖ ਦਿੱਤਾ। ਮੈਂ ਨੂਰ ਵੱਲ ਦੇਖਿਆ ਤਾਂ ਉਸਨੇ ਕਿਹਾ, ਮਜਬੂਰੀ ਆ। ਮੈਂ ਗੁੱਸੇ ਵਿੱਚ ਕਿਹਾ, ਸਾਰੇ ਡਾਕਟਰ ਮਰ ਗਏ, ਜੋ ਤੈਨੂੰ ਹੀ ਜਾਣਾ ਪੈਂਦਾ? ਤਾਂ ਉਹ ਬੋਲੀ, ਮੇਰਾ ਮਰੀਜ਼ ਆ, ਮੈਨੂੰ ਸਾਰੀ ਹਿਸਟਰੀ ਪਤਾ, ਇਸ ਲਈ ਮੈਨੂੰ ਜਾਣਾ ਪੈਣਾ, ਤੇ ਉਸਦੀਆਂ ਅੱਖਾਂ ਵਿੱਚ ਹੰਝੂ ਆ ਗਏ। ਮੈਂ ਕਿਹਾ, ਚੱਲ ਆਪਾਂ ਦੋਨੋਂ ਚੱਲਦੇ ਆਂ। ਉਸਨੇ ਕਿਹਾ, ਤੁਸੀਂ ਜਾਓ, ਮੈਂ ਆ ਜਾਵਾਂਗੀ। ਮੈਂ ਦੁਖੀ ਹੋ ਕੇ ਉਸਨੂੰ ਆਟੋ ਵਿੱਚ ਬਿਠਾ ਦਿੱਤਾ। ਹਾਲ ਵਿੱਚ ਜਾਂਦੇ ਮੇਰੀ ਮਾਂ ਤੇ ਰਿਸ਼ਤੇਦਾਰ ਮੇਰੇ ਤੇ ਟੁੱਟ ਪਏ ਤੇ ਮਿਹਣੇ ਮਾਰਨ ਲੱਗੇ। ਮੈਂ ਉਸਨੂੰ ਬਹੁਤ ਫੋਨ ਕੀਤੇ, ਪਰ ਉਸਨੇ ਮੇਰਾ ਫੋਨ ਹੀ ਨਹੀਂ ਚੁੱਕਿਆ ਤੇ ਮੈਂ ਹੈਰਾਨ ਸੀ ਕਿ ਉਹ ਫੋਨ ਕਿਉਂ ਨਹੀਂ ਚੁੱਕ ਰਹੀ। ਅੱਜ ਪਹਿਲੀ ਵਾਰੀ ਮੈਂ ਹਸਪਤਾਲ ਦੇ ਅੰਦਰ ਗਿਆ। ਉੱਥੇ ਛੋਟੇ-ਛੋਟੇ ਬੱਚੇ ਸੀ। ਇਹ ਹਸਪਤਾਲ ਛੋਟੇ ਬੱਚਿਆਂ ਦਾ ਲੱਗਦਾ ਸੀ। ਮੇਰੀ ਨਜ਼ਰ ਨੂਰ ਤੇ ਪਈ। ਉਹ ਸਾਹਮਣੇ ਕਮਰੇ ਵਿੱਚ ਗਈ ਤੇ ਮੈਂ ਵੀ ਗੁੱਸੇ ਵਿੱਚ ਉਸਦੇ ਪਿੱਛੇ ਗਿਆ। ਅੰਦਰ ਦਾ ਮੰਜ਼ਰ ਵੇਖ ਕੇ ਮੇਰਾ ਦਿਲ ਦਹਿਲ ਗਿਆ, ਕਿਉਂਕਿ ਕਮਰੇ ਦੇ ਅੰਦਰ ਉਸ ਨਾਲ 4 ਮਰਦ ਸੀ। ਮੇਰੀ ਪਤਨੀ, ਜਿਸਨੂੰ ਮੈਂ ਲੋਕਾਂ ਲਈ ਮਸੀਹਾ ਮੰਨਦਾ ਸੀ, ਮੈਂ ਉਸਦੀਆਂ ਗੱਲਾਂ ਸੁਣ ਕੇ ਹੈਰਾਨ ਹੋ ਗਿਆ। ਉਹ ਤਾਂ ਹੈਵਾਨ ਸੀ। ਮੈਂ ਬਾਹਰ ਆ ਕੇ ਬੈਠ ਗਿਆ। ਮੈਨੂੰ ਨੂਰ ਤੋਂ ਨਫ਼ਰਤ ਹੋ ਗਈ। ਮੈਂ ਆਪਣੀ ਮਾਂ ਨੂੰ ਵੀ ਨਾਰਾਜ਼ ਕੀਤਾ। ਪਿਛਲੇ 3 ਸਾਲਾਂ ਤੋਂ ਉਹ ਮੇਰੇ ਨਾਲ ਸੀ, ਪਰ ਉਸਦਾ ਇਹ ਰੂਪ ਦੇਖ ਕੇ ਮੈਂ ਹੈਰਾਨ ਹੋ ਗਿਆ। ਮੈਂ ਸਮਝ ਗਿਆ ਕਿ ਰੱਬ ਨੇ ਸਾਨੂੰ ਔਲਾਦ ਕਿਉਂ ਨਹੀਂ ਦਿੱਤੀ, ਕਿਉਂਕਿ ਨੂਰ ਵਰਗੀਆਂ ਔਰਤਾਂ ਮਾਂ ਬਣਨ ਦੇ ਲਾਇਕ ਨਹੀਂ। ਮੈਂ ਪੁਲਿਸ ਨੂੰ ਫੋਨ ਲਾਇਆ ਤੇ ਸਭ ਦੱਸ ਦਿੱਤਾ। ਮੈਂ ਵੇਖਿਆ ਕਿ ਨੂਰ 4 ਮਰਦਾਂ ਨਾਲ ਉਸ ਛੋਟੇ ਬੱਚੇ ਦਾ ਗੁਰਦਾ ਕੱਢਣ ਦੀ ਤਿਆਰੀ ਕਰ ਰਹੀ ਸੀ। ਇਹ ਸਭ ਕੁਝ ਉਸਦੇ ਮਾਂ-ਬਾਪ ਦੀ ਪਰਮਿਸ਼ਨ ਤੋਂ ਬਿਨਾਂ ਹੋ ਰਿਹਾ ਸੀ। ਉਹ ਸਾਰੇ ਮਿਲ ਕੇ ਗੈਰ ਕਾਨੂੰਨੀ ਕੰਮ ਕਰ ਰਹੇ ਸਨ। ਗਰੀਬ ਲੋਕ ਆਪਣੇ ਬੱਚਿਆਂ ਦੇ ਇਲਾਜ ਲਈ ਆਉਂਦੇ ਸਨ, ਕਿਉਂਕਿ ਖਰਚਾ ਹੀ ਘੱਟ ਹੁੰਦਾ ਸੀ, ਪਰ ਇਹ ਹਸਪਤਾਲ ਵਾਲੇ ਮੇਰੀ ਘਰਵਾਲੀ ਨਾਲ ਮਿਲ ਕੇ ਉਹਨਾਂ ਦੇ ਗੁਰਦੇ ਕੱਢਦੇ ਸੀ। ਨੂਰ ਗੁਰਦਿਆਂ ਦੀ ਸਪੈਸ਼ਲਿਸਟ ਸੀ। ਉਹ ਆਪਣੇ ਇਸ ਗੁਣ ਦਾ ਗਲਤ ਇਸਤੇਮਾਲ ਕਰ ਰਹੀ ਸੀ। ਮਾਸੂਮ ਬੱਚਿਆਂ ਦੇ ਗੁਰਦੇ ਕੱਢ ਕੇ ਜ਼ਿਆਦਾ ਪੈਸੇ ਵਿੱਚ ਵੇਚ ਕੇ ਘਿਨਾਉਣਾ ਕੰਮ ਕਰ ਰਹੀ ਸੀ। ਪੁਲਿਸ ਨੇ ਜਾਂਚ ਕੀਤੀ ਤਾਂ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਇਹ ਲੋਕ ਗਲਤ ਕੰਮ ਕਰ ਰਹੇ ਸਨ। ਇਹ ਸਾਰੇ ਉਹ ਲੋਕ ਸਨ ਜੋ ਪੜ੍ਹ ਲਿਖ ਕੇ ਡਾਕਟਰ ਤਾਂ ਬਣ ਗਏ, ਪਰ ਆਪਣੇ ਅੰਦਰ ਦੀ ਇਨਸਾਨੀਅਤ ਨੂੰ ਮਾਰ ਦਿੱਤਾ। ਜਦੋਂ ਪੁਲਿਸ ਨੂਰ ਨੂੰ ਲੈ ਕੇ ਜਾ ਰਹੀ ਸੀ, ਮੈਂ ਪੁੱਛਿਆ ਕਿ ਅਜਿਹੀ ਕੀ ਕਮੀ ਰਹਿ ਗਈ ਸੀ ਜੋ ਤੂੰ ਇਹ ਗਲਤ ਕੰਮ ਕੀਤਾ? ਉਸ ਕੋਲ ਮੇਰੀ ਗੱਲ ਦਾ ਕੋਈ ਜਵਾਬ ਨਹੀਂ ਸੀ। ਪੈਸੇ ਦੇ ਲਾਲਚ ਨੇ ਉਸ ਨੂੰ ਇੰਨਾ ਅੰਨਾ ਕਰ ਦਿੱਤਾ ਕਿ ਉਸਨੇ ਇੰਨਾ ਗਲਤ ਕੰਮ ਕੀਤਾ। ਮੈਨੂੰ ਤਾਂ ਸੋਚ ਕੇ ਵੀ ਨਫ਼ਰਤ ਹੋ ਰਹੀ ਸੀ। ਦੋਸਤੋ, ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ? ਕਹਾਣੀ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ ਜੀ, ਤੇ ਪੇਂਡੂ ਵਿਰਸਾ ਕਹਾਣੀਆਂ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਮਿਲਾਂਗੇ ਜੀ ਇੱਦਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।